ਉਹ ਤਾਂ ਰਵਾਨਾ ਹੋ ਗਏ ਆ ਯੂਕਰੇਨ ਲਈ। ਤੁਸੀਂ ਕਦੋਂ ਉਹਨਾਂ ਨੂੰ ਜੁਆਇਨ ਕਰ ਰਹੇ ਹੋ? ਤੇ ਅਸੀਂ ਕੁਝ ਡਾਕਟਰਸ ਜਿਨ੍ਹਾਂ ਨੂੰ ਵੀਜ਼ੇ ਦੀ ਲੋੜ ਪਊਗੀ ਉਹ ਅਸੀਂ ਵੀਜ਼ਾ ਅਪਲਾਈ ਕੀਤਾ ਆ। ਜਦੋਂ ਸਾਡਾ ਆ ਜਾਂਦਾ ਆ ਤੇ ਅਸੀਂ ਉਹਨਾਂ ਨੂੰ ਜੁਆਇਨ ਕਰਾਂਗੇ ਉੱਥੇ ਬਰਲਿਨ ਵਿੱਚ ਜਾ ਕੇ ਕਿੱਦਾਂ ਸਰਵ ਕਰੋਗੇ ਜਾਂ ਹਾਲਾਤਾਂ ਦਾ ਮੁਕਾਬਲਾ ਕਰਨ ਨੂੰ ਤਿਆਰ ਹੋ? ਜੇ ਹਥਿਆਰ ਚੱਕਣ ਦੀ ਲੋੜ ਪਈ ਤਾਂ ਹਥਿਆਰ ਵੀ ਚੱਕੋਗੇ? ਤੁਹਾਡੀ ਵੀ ਮੈਡੀਕਲ ਸਟੱਡੀਜ਼ ਯੂਕਰੇਨ ਤੋਂ ਹੋਈ ਹੈ ਤੇ ਇੱਥੋਂ ਕਿਉਂ ਨਹੀਂ ਕੀਤੀ ਤੇ ਉੱਥੋਂ ਕਿਉਂ ਕੀਤੀ ਹੈ? ਮੈਮ ਮੈਂ ਇੱਥੇ ਕਰਨਾ ਤਾਂ ਇੱਥੇ ਚਾਹੁੰਦਾ ਸੀ ਪੰਜਾਬ ਦੇ ਵਿੱਚ ਹੀ, ਬਟ ਪੰਜਾਬ ਵਿੱਚ ਅਫਸੋਸ ਸੀਟਾਂ ਇੰਨੀਆਂ ਘੱਟ ਆ, ਵੈਕੈਂਸੀਜ਼ ਇੰਨੀਆਂ ਘੱਟ। ਕੀ ਚੀਜ਼ ਖਿੱਚ ਕੇ ਲੈ ਕੇ ਜਾ ਰਹੀ ਹੈ ਉਧਰ? ਯੂਕਰੇਨ ਦਾ ਲੂਣ, ਡਾਕਟਰੀ ਕੀਤੀ ਹੈ ਤਾਂ ਕਰਕੇ, ਜਾਂ ਫਿਰ ਸਿੱਖ ਵਿਚਾਰਧਾਰਾ? 18 ਸਾਲਾਂ ਦਾ ਉੱਥੇ ਗਿਆ ਸੀ ਤੇ ਸਾਰੀ ਜਿੰਨੀ ਮੇਰੀ ਕਹਿ ਲਓ ਕਿ ਜਵਾਨੀ ਕਹਿ ਲਓ, ਇੱਕ ਮੇਰੀ ਕਾਲਜ ਲਾਈਫ ਹੈ ਮੈਂ ਉੱਥੇ ਕੱਟੀ ਆ। ਤੇ ਇੰਨਾ ਸੋਹਣਾ ਦੇਸ਼ ਹੀ, ਇੰਨੇ ਚੰਗੇ ਉੱਥੋਂ ਦੇ ਲੋਕ ਹੀ। ਕਾਫੀ ਜੂਨੀਅਰਸ ਜਿਹੜੇ ਤਾਂ ਡਾਇਰੈਕਟ ਮੇਰੇ ਕੰਟੈਕਟ ਵਿੱਚ ਹੀ, ਉਹ ਕੱਲ੍ਹ ਹੀ ਅਜੇ ਪੋਲੈਂਡ ਬਾਰਡਰ ਕ੍ਰਾਸ ਕੀਤੇ ਆ। ਉਹ ਮੈਨੂੰ ਪੁੱਛ ਰਹੇ ਸੀ ਤੁਸੀਂ 1-2 ਦਿਨ ਵਿੱਚ ਆਉਣਾ ਆ, ਕਿਸ ਤਰ੍ਹਾਂ ਕਰਨਾ ਆ। ਮੈਂ ਉਹਨਾਂ ਨੂੰ ਪੁੱਛਦਾ ਰਹਿੰਦਾ ਆ ਕਿ ਗਵਰਨਮੈਂਟ ਆਫ ਇੰਡੀਆ ਕੀ ਕਰ ਰਹੀ ਆ, ਤੇ ਸੁਣਨ ਵਿੱਚ ਆਉਂਦਾ ਹੈ ਕਿ ਸਿਰਫ ਐਡਵਾਈਜ਼ਰੀਜ਼ ਇਸ਼ੂ ਕਰਦੀ ਆ, ਨਥਿੰਗ ਐਲਸ। ਤੇ ਉਹ ਕਹਿੰਦੇ ਕਿ ਅਸੀਂ ਸਕੂਲ ਵਿੱਚ ਆ, ਬਟ ਇੱਥੇ ਵੀ ਬਹੁਤ ਜਿਵੇਂ ਬਿਲਕੁਲ ਲਾਗੇ ਬੋmbਿੰਗ ਹੋ ਰਹੀ ਆ ਤੇ ਕੋਈ ਬੇਸਮੈਂਟ ਵੀ ਨਹੀਂ ਆ। ਸਗੋਂ ਉੱਥੇ ਤਾਂ ਬੇਸਮੈਂਟ ਸੀ ਜਿੱਥੇ ਪਹਿਲਾਂ ਸੀ। ਇਹਨਾਂ ਨੂੰ ਕਿਹਾ ਗਿਆ ਕਿ 130 ਦੇ ਲਾਗੇ ਤਾਗੇ ਬੱਸਿਸ ਤੁਹਾਨੂੰ ਇਸ਼ੂ ਕੀਤੀਆਂ ਜਾਣਗੀਆਂ ਜਿਹੜੀਆਂ ਉੱਥੋਂ ਲੈ ਕੇ ਜਾਣਗੀਆਂ, ਬਟ ਰਸ਼ੀਅਨ ਐਮਬੈਸੀ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਸਾਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆ। ਡਾਕਟਰ ਸਵਾਈਮਾਨ ਦੀ ਗੱਲ ਕਰੀਏ ਜਾਂ ਫਿਰ ਤੁਹਾਡੇ ਪਰਿਵਾਰ ਦੀ ਗੱਲ ਕਰੀਏ, ਹੁਣ ਜਿਵੇਂ ਉਧਰ ਦੀ ਜਾਣ ਦੀ ਤਿਆਰੀ ਕੀਤੀ ਹੋਈ ਹੈ, ਉਹਨਾਂ ਨੇ ਐ ਨਹੀਂ ਕਿਹਾ ਕਿ ਹਾਂ ਮੌਤ ਦੇ ਮੂੰਹ 'ਚ ਇੱਕ ਹਿਸਾਬ ਨਾਲ ਉਧਰ ਭੇਜ ਰਹੇ, ਕਿਤੇ ਤਾਂ ਸਾਰੇ ਆ ਰਹੇ ਆ ਤੇ ਤੁਸੀਂ ਉਧਰ ਜਾਣ ਦੀ ਤਿਆਰੀ, ਉਹ ਨਾਲ ਤੁਹਾਡੇ ਖੜੇ ਹੈ ਜਾਂ ਫਿਰ ਉਹਨਾਂ ਦੇ ਖਿਲਾਫ ਬਾਗੀ ਹੋ ਕੇ ਚੱਲੇ ਹੋ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਤੁਹਾਡੇ ਨਾਲ ਸੀਰਤ ਸੰਧੂ। ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਦੇ ਚੱਲਣ ਵਾਲੇ ਇਤਿਹਾਸ ਸਿਰਜਦੇ ਆਏ ਨੇ, ਕਿਉਂਕਿ ਗੁਰੂ ਦਾ ਸਿੱਖ ਜ਼ਬਰ ਜ਼ੁਲਮ ਖਿਲਾਫ ਹਮੇਸ਼ਾ ਹੀ ਆਵਾਜ਼ ਚੁੱਕਦਾ ਆਇਆ। ਰਸ਼ੀਆ ਯੂਕਰੇਨ ਦੇ ਆਪਸ ਵਿੱਚ ਯੁੱਧ ਚੱਲ ਰਿਹਾ। ਯੂਕਰੇਨ ਦੇ ਵਾਸੀ ਦੇਸ਼ ਛੱਡ ਕੇ ਬਾਹਰ ਨੂੰ ਜਾ ਰਹੇ ਹੈ ਤੇ ਪੰਜਾਬ ਦੇ ਲੋਕ ਹੈ ਜਿਹੜੇ ਵੀਜ਼ਾ ਲਵਾ ਕੇ ਜਾਂ ਜਿਹੜੀ ਨੋ ਵੀਜ਼ਾ ਐਂਟਰੀ ਹੈ, ਕੁਛ ਨਾ ਕੁਛ ਕਰਕੇ ਕਿਵੇਂ ਜਾ ਕੇ ਯੂਕਰੇਨ ਪਹੁੰਚ ਰਹੇ ਨੇ। ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਸੁਖਮਨ ਸਿੰਘ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਉਹਨਾਂ ਦਾ ਕੀ ਕਹਿਣਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹੁੰਦੀ ਹਾਂ ਕਿ ਡਾਕਟਰ ਸਵਾਈਮਾਨ ਜੀ ਦਾ ਕਿੰਨਾ ਕੁ ਪ੍ਰਭਾਵ ਹੈ ਤੁਹਾਡੇ ਤੇ? ਕਾਫੀ ਪ੍ਰਭਾਵ ਹੈ ਜੀ। ਪਿਛਲੇ 1.25 ਸਾਲ ਤੋਂ ਮੈਂ ਉਹਨਾਂ ਦੇ ਨਾਲ ਹੀ ਰਿਹਾ ਹਾਂ। ਇਕੱਠੇ ਹੀ ਅਸੀਂ ਉੱਥੇ ਸਵੇਰ ਤੋਂ ਸ਼ਾਮ, ਮਤਲਬ ਪੂਰਾ 1.25 ਸਾਲ ਹੀ ਉਹਨਾਂ ਦੇ ਨਾਲ ਰਿਹਾ ਤੇ ਮੈਂ ਤਾਂ ਕਹੂੰਗਾ 100% ਪ੍ਰਭਾਵ ਉਹਨਾਂ ਦਾ ਹੀ ਆ। ਉਹ ਤਾਂ ਰਵਾਨਾ ਹੋ ਗਏ ਆ ਯੂਕਰੇਨ ਲਈ। ਤੁਸੀਂ ਕਦੋਂ ਉਹਨਾਂ ਨੂੰ ਜੁਆਇਨ ਕਰ ਰਹੇ ਹੋ? ਮੇਰੀ ਵੀਜ਼ਾ ਪ੍ਰੋਸੈਸਿੰਗ ਚੱਲ ਰਹੀ ਆ ਜੀ, ਕਿਉਂਕਿ ਭਾਵੇਂ ਯੂਕਰੇਨ ਦੇ ਵਿੱਚ ਕੋਈ ਨੋ ਵੀਜ਼ਾ ਕੰਡੀਸ਼ਨਸ ਚੱਲ ਰਹੀਆਂ ਵਾ, ਬਟ ਵੀ ਕਾਂਟ ਗੋ ਸਿੱਧਾ ਯੂਕਰੇਨ 'ਚ। ਉੱਤੋਂ ਇਸ ਤਰ੍ਹਾਂ ਅੰਨ੍ਹੇਵਾਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਸਾਨੂੰ ਜਾ ਕੇ ਤੇ ਯੂਕਰੇਨ ਦੇ ਵਿੱਚ ਡਰੋਪ ਕਰ ਦਿਓ ਬਿਨਾਂ ਕਿਸੇ ਇਨਫੋਰਮੇਸ਼ਨ ਤੋਂ, ਬਿਨਾਂ ਕਿਸੇ ਪਲਾਨ ਤੋਂ। ਸੋ ਸਾਡਾ ਪਲਾਨ ਹੈ ਕਿ ਪਹਿਲਾਂ ਅਸੀਂ ਜਰਮਨੀ ਬਰਲਿਨ ਬੇਸ ਬਣਾਇਆ ਵਾ ਇੱਕ। ਉੱਥੇ ਯੂਰਪ ਦੇ ਜਿਹੜੇ ਡਾਕਟਰ ਸਾਡੇ ਨਾਲ ਪਹਿਲਾਂ ਤੋਂ ਜੁੜੇ ਆ ਉਹਨਾਂ ਨਾਲ, ਤੇ US ਤੋਂ ਡਾਕਟਰਸ ਆਉਣਗੇ, UK ਤੋਂ। ਤੇ ਅਸੀਂ ਕੁਝ ਡਾਕਟਰਸ ਜਿਨ੍ਹਾਂ ਨੂੰ ਵੀਜ਼ੇ ਦੀ ਲੋੜ ਪਊਗੀ ਉਹ ਅਸੀਂ ਵੀਜ਼ਾ ਅਪਲਾਈ ਕੀਤਾ ਆ। ਜਦੋਂ ਸਾਡਾ ਆ ਜਾਂਦਾ ਆ ਤੇ ਅਸੀਂ ਉਹਨਾਂ ਨੂੰ ਜੁਆਇਨ ਕਰਾਂਗੇ ਉੱਥੇ ਬਰਲਿਨ ਵਿੱਚ ਜਾ ਕੇ। ਉੱਥੇ ਜਾ ਕੇ ਇੱਕ ਸੋਲਿਡ ਪਲਾਨ ਬਣਾਵਾਂਗੇ। ਹੁਣ ਡਾਕਟਰ ਸਾਹਿਬ ਜਿਵੇਂ ਅੱਜ ਚਲੇ ਗਏ ਆ, ਉੱਥੇ ਜਾ ਕੇ ਜਦੋਂ ਤੱਕ ਮੇਰਾ ਵੀਜ਼ਾ ਆਊਗਾ, ਮੈਨੂੰ ਲੱਗਦਾ ਇਹਨਾਂ ਨੇ ਪਹਿਲਾਂ ਆਲਰੇਡੀ ਸਾਰਾ ਕੁਝ ਸੌਰਟ ਆਊਟ ਕਰਕੇ ਰੱਖਿਆ ਹੋਊਗਾ। ਕਿਹੜੀ ਬਾਰਡਰ 'ਤੇ ਜਾਣਾ ਵਾ, ਉੱਥੋਂ ਜੇ ਅੰਦਰ ਐਂਟਰ ਕਰਨਾ ਵਾ ਤੇ ਕਿਸ ਤਰ੍ਹਾਂ ਕਰਨਾ ਵਾ, ਉਹ ਸਾਰਾ ਕੁਝ ਅਸੀਂ ਫਿਰ ਅੱਗੇ ਪ੍ਰੋਸੀਡ ਕਰਾਂਗੇ। ਤੁਹਾਡੀ ਵੀ ਮੈਡੀਕਲ ਸਟੱਡੀਜ਼ ਯੂਕਰੇਨ ਤੋਂ ਹੋਈ ਹੈ ਤੇ ਇੱਥੋਂ ਕਿਉਂ ਨਹੀਂ ਕੀਤੀ ਤੇ ਉੱਥੋਂ ਕਿਉਂ ਕੀਤੀ ਹੈ? ਮੈਮ ਮੈਂ ਇੱਥੇ ਕਰਨਾ ਤਾਂ ਇੱਥੇ ਚਾਹੁੰਦਾ ਸੀ ਪੰਜਾਬ ਦੇ ਵਿੱਚ ਹੀ, ਬਟ ਪੰਜਾਬ ਵਿੱਚ ਅਫਸੋਸ ਸੀਟਾਂ ਇੰਨੀਆਂ ਘੱਟ ਆ, ਵੈਕੈਂਸੀਜ਼ ਇੰਨੀਆਂ ਘੱਟ ਆ। 450 ਸਿਰਫ ਸਰਕਾਰੀ ਸੀਟਾਂ ਆ ਜਿਹੜੀਆਂ ਸੱਚੀ ਅਫੋਰਡੇਬਲ ਆ। ਉਹਦੇ ਵਿੱਚੋਂ ਵੀ ਰਿਜ਼ਰਵੇਸ਼ਨ ਵਗੈਰਾ ਕੱਢ ਲਈਏ ਤੇ ਲੈਸ ਦੈਨ 250 ਜਾਂ ਫਿਰ ਸਮਥਿੰਗ ਰਹਿ ਜਾਂਦੀਆਂ ਵਾ। ਤੇ ਅਨਫੋਰਚੂਨੇਟਲੀ ਮੇਰਾ ਰੈਂਕ ਨਹੀਂ ਇੰਨਾ ਬਣ ਪਾਇਆ। BDS ਵਗੈਰਾ ਮਿਲ ਰਹੀ ਸੀ, ਬਟ ਸ਼ੁਰੂ ਤੋਂ ਹੀ ਮੇਰਾ ਮਨ ਸਿਰਫ MBBS ਵੱਲ ਸੀ। ਪ੍ਰਾਈਵੇਟ ਕਾਲਜ ਦੇ ਵਿੱਚ ਜੇ ਮੈਂ ਐਡਮਿਸ਼ਨ ਲੈਂਦਾ ਉਹ ਮੈਂ ਅਫੋਰਡ ਨਹੀਂ ਸੀ ਕਰ ਸਕਦਾ। ਸੋ ਯੂਕਰੇਨ ਮੈਨੂੰ ਥੋੜ੍ਹਾ ਵਧੀਆ ਲੱਗਾ। ਇੱਕ ਥੋੜ੍ਹਾ ਮੈਨੂੰ ਐਕਸਪੋਜਰ ਦਿਸ ਰਿਹਾ ਸੀ ਉੱਥੇ ਕਿ ਹਾਂ ਮੈਂ ਥੋੜ੍ਹਾ ਐਕਸਪੋਜਰ ਮਿਲੂਗਾ ਤੇ ਪਲੱਸ ਅਫੋਰਡੇਬਲ ਹੀ, ਸੋ ਦੈਟਸ ਵਾਈ। ਉੱਥੇ ਹੁਣ ਜਿਵੇਂ ਜਾਣ ਦੀ ਉੱਧਰ ਦੀ ਤਿਆਰੀ ਕੀਤੀ ਹੋਈ ਹੈ ਤੁਸੀਂ ਕਿ ਉੱਥੇ ਜਾ ਕੇ ਆਪਣੀ ਸੇਵਾ ਸਰਵ ਕਰਨਾ ਚਾਹੁੰਦੇ ਹੋ ਉੱਥੋਂ ਦੀ ਕੰਟਰੀ ਨੂੰ, ਕੀ ਚੀਜ਼ ਖਿੱਚ ਕੇ ਲੈ ਕੇ ਜਾ ਰਹੀ ਹੈ ਉੱਧਰ? ਯੂਕਰੇਨ ਦਾ ਲੂਣ, ਡਾਕਟਰੀ ਕੀਤੀ ਹੈ ਤਾਂ ਕਰਕੇ, ਜਾਂ ਫਿਰ ਸਿੱਖ ਵਿਚਾਰਧਾਰਾ? ਸਾਰਾ ਕੁਝ ਹੀ ਆ ਜੀ, ਇਹ ਕੰਬੀਨੇਸ਼ਨ ਆ ਸਾਰੀਆਂ ਚੀਜ਼ਾਂ ਦਾ।
ਯੂਕਰੇਨ ਦੀਆਂ ਮੈਂ ਫੋਟੋਆਂ ਦੇਖਦਾ, ਵੀਡੀਓਜ਼ ਦੇਖਦਾ ਆ, ਉੱਥੋਂ ਦੇ ਲੋਕਲ ਗਰੁੱਪਸ ਵਿੱਚ ਵੀ ਮੈਂ ਐਡਿਡ ਆ। ਜਿਹੜੀਆਂ ਬਿਲਡਿੰਗਸ ਦੇ ਵਿੱਚ ਅਸੀਂ ਤੁਰਦੇ ਫਿਰਦੇ ਰਹੇ, ਜਿਹੜੀ ਸਾਡੀ ਯੂਨੀਵਰਸਿਟੀ ਵੀ ਇਹਨਾਂ ਨੇ ਕੱਲ੍ਹ ਬੌਂਬ ਕਰ ਦਿੱਤੀ ਆ ਸ਼ਾਇਦ, ਮੈਂ ਵੀਡੀਓ ਦੇਖ ਰਿਹਾ ਸੀ ਇੱਕ। ਅਤੇ ਜਿਹੜੀਆਂ ਸਟਰੀਟਸ, ਜਿਹੜੀਆਂ ਸੜਕਾਂ, ਉਹ ਦੂਸਰਾ ਘਰ ਬਣ ਗਿਆ ਸੀ, ਕਿਉਂਕਿ ਮੈਂ 18 ਸਾਲਾਂ ਦਾ ਉੱਥੇ ਗਿਆ ਸੀ ਅਤੇ ਸਾਰੀ ਜਿੰਨੀ ਮੇਰੀ ਕਹਿ ਲਓ ਕਿ ਜਵਾਨੀ ਕਹਿ ਲਓ, ਇੱਕ ਮੇਰੀ ਕਾਲਜ ਲਾਈਫ ਆ, ਮੈਂ ਉੱਥੇ ਕੱਟੀ ਆ। ਅਤੇ ਇੰਨਾ ਸੋਹਣਾ ਦੇਸ਼ ਸੀ, ਇੰਨੇ ਚੰਗੇ ਉੱਥੋਂ ਦੇ ਲੋਕ ਸੀ, ਉਹ ਸਾਰਾ ਕੁਝ ਖਿੱਚ ਰਿਹਾ ਵਾ ਉੱਧਰ ਨੂੰ। ਮੇਰੇ ਪਲੱਸ ਮੇਰੇ ਜੂਨੀਅਰਸ ਆ ਕਾਫੀ 2-2 4-4 ਸਾਲ ਜਿਹੜੇ ਉੱਥੇ ਫਸੇ ਪਏ ਆ, ਉਹਨਾਂ ਦਾ ਦੁੱਖ ਬੜੀ ਮੁਸ਼ਕਿਲ ਨਾਲ ਦੇਖਿਆ ਜਾ ਰਿਹਾ ਵਾ। ਉੱਤੋਂ ਆਪਣੀ ਜੋ ਜਿਹੜੀ ਆਪਣੀ ਸਿੱਖੀ ਦੀ ਉਹ ਆ ਦੇਣ ਆ ਇੱਕ ਸੇਵਾ ਦੀ, ਜਿਹੜੀ ਪਿਛਲੇ 1.25 ਸਾਲ ਤੋਂ ਸ਼ਾਇਦ ਜਿਹਨੇ ਸਾਨੂੰ ਬਾਰਡਰਾਂ ਦੇ ਉੱਤੇ ਬਿਠਾਈ ਰੱਖਿਆ ਸੀ, ਉਹ ਵੀ ਉੱਥੇ ਸਾਨੂੰ ਖਿੱਚ ਪਾ ਰਹੀ ਆ। ਪਲੱਸ ਸਾਡੀ ਟੀਮ ਆ, ਸਾਡੀ ਆਰਗੇਨਾਈਜੇਸ਼ਨ ਆ 5 ਰਿਵਰਸ ਆਰਟ ਐਸੋਸੀਏਸ਼ਨ, ਅਸੀਂ ਜੋ ਵੀ ਕਰਦੇ ਆ ਰਲ ਮਿਲ ਕੇ ਸਲਾਹ ਕਰਕੇ, ਤੇ ਸਾਨੂੰ ਲੱਗਾ ਕਿ ਇਹ ਇੱਕ ਸਹੀ ਸਟੈਪ ਆ। ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਜੂਨੀਅਰਸ ਵਾਲੇ ਵੀ ਉੱਥੇ ਫਸੇ ਹੋਏ ਆ, ਕਿਸ ਨਾਲ ਗੱਲਬਾਤ ਹੋਈ, ਕੀ ਦੱਸਦੇ ਆ ਉਹ? ਰੋਜ਼ ਗੱਲਬਾਤ ਹੁੰਦੀ ਆ। ਕਾਫੀ ਜੂਨੀਅਰਸ ਜਿਹੜੇ ਤਾਂ ਡਾਇਰੈਕਟ ਮੇਰੇ ਕੰਟੈਕਟ ਵਿੱਚ ਹੀ, ਉਹ ਕੱਲ੍ਹ ਹੀ ਅਜੇ ਪੋਲੈਂਡ ਬਾਰਡਰ ਕ੍ਰਾਸ ਕੀਤੇ ਆ। ਉਹ ਮੈਨੂੰ ਪੁੱਛ ਰਹੇ ਸੀ ਤੁਸੀਂ 1-2 ਦਿਨ ਵਿੱਚ ਆਉਣਾ ਆ, ਕਿਸ ਤਰ੍ਹਾਂ ਕਰਨਾ ਆ। ਮੈਂ ਉਹਨਾਂ ਨੂੰ ਪੁੱਛਦਾ ਰਹਿੰਦਾ ਆ ਕਿ ਗੌਰਮੈਂਟ ਆਫ ਇੰਡੀਆ ਕੀ ਕਰ ਰਹੀ ਆ, ਅਤੇ ਸੁਣਨ ਵਿੱਚ ਆਉਂਦਾ ਹੈ ਕਿ ਸਿਰਫ ਐਡਵਾਈਜ਼ਰੀਜ਼ ਇਸ਼ੂ ਕਰਦੀ ਆ, ਨਥਿੰਗ ਐਲਸ। ਜਿਹੜੇ ਖਾਰਕਿਵ ਦੇ ਵਿੱਚ ਜਿੱਥੇ ਮੈਂ ਪੜ੍ਹਿਆ ਵਾਂ, ਉੱਥੇ ਕਾਫੀ ਸਟੂਡੈਂਟਸ ਫਸੇ ਹੋਏ ਸੀ, ਉਹ ਈਸਟਰਨ ਸਾਈਡ 'ਤੇ ਆ, ਉੱਧਰੋਂ ਕੋਈ ਵੀ ਬਾਰਡਰ ਲਾਗੇ ਨਹੀਂ ਪੈਂਦਾ ਰਸ਼ੀਆ ਦੀ ਬਾਰਡਰ ਨੂੰ ਛੱਡ ਕੇ। ਇੱਕ ਲਾਗੇ ਸੁਮੀਆ ਸ਼ਹਿਰ ਛੋਟਾ ਜਿਹਾ, ਉੱਥੇ ਵੀ ਯੂਨੀਵਰਸਿਟੀ ਦੇ ਵਿੱਚ ਕਾਫੀ ਬੱਚੇ ਪੜ੍ਹਦੇ ਆ, ਅਤੇ ਉਹਨਾਂ ਨਾਲ ਵੀ ਮੈਂ ਕੰਟੈਕਟ ਵਿੱਚ ਆ। ਕਾਫੀ ਬੱਚੇ ਆ ਜਿਹੜੇ ਆਪਣੇ ਘਰ ਛੱਡ ਚੁੱਕੇ ਆ, ਰੇਲਵੇ ਸਟੇਸ਼ਨ ਦੇ ਉੱਤੇ ਕਾਫੀ ਬੈਠੇ ਆ, ਬੋਰਡ ਨਹੀਂ ਕਰ ਪਾਏ ਟ੍ਰੇਨਸ ਕਿਉਂਕਿ ਭੀੜ ਬਹੁਤ ਜ਼ਿਆਦਾ ਆ। ਕਿਤੇ ਨਾ ਕਿਤੇ ਉਹਨਾਂ ਨੂੰ ਰੇਸਿਜ਼ਮ ਵੀ ਵੇਖਣ ਨੂੰ ਮਿਲ ਰਿਹਾ ਵਾ, ਕਿਉਂਕਿ ਉਹੀ ਯੂਕਰੇਨੀਅਨਸ ਜਿਨ੍ਹਾਂ ਨਾਲ ਅਸੀਂ 6 ਸਾਲ 7 ਸਾਲ ਰਹੇ ਆ, ਇੰਨੇ ਪਿਆਰ ਨਾਲ ਰਹੇ ਆ, ਬਹੁਤ ਜ਼ਿਆਦਾ ਵਧੀਆ ਉਹਨਾਂ ਦੀ ਜਿਵੇਂ ਹੌਸਪੀਟੈਲਿਟੀ ਰਹੀ ਆ ਸਾਡੇ, ਕੀ ਕਹਿ ਰਹੇ ਹੋ, ਕੀ ਕਹਿੰਦੇ ਕਿ ਉਹ ਤਾਂ ਸਾਡੇ ਦੁਆਰਾ, ਉਹਨਾਂ ਨੂੰ ਹੁਣ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਇਹ ਇੰਡੀਅਨਸ ਸਾਡਾ ਸਾਥ ਨਹੀਂ ਦੇ ਰਹੇ। ਉਹਨਾਂ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਕਿ ਇੰਡੀਅਨ ਗੌਰਮੈਂਟ ਨੇ ਸਾਡੇ ਤੋਂ ਪੈਰ ਪਿੱਛੇ ਚੁੱਕ ਲਿਆ। ਫਿਰ ਕਿਤੇ ਨਾ ਕਿਤੇ ਜੇ ਸਰਵਾਈਵਲ ਆਫ ਦਾ ਫਿਟੈਸਟ ਵੀ ਆਉਂਦਾ ਆ, ਅਤੇ ਟ੍ਰੇਨ ਦੇ ਵਿੱਚ ਜਿੰਨੀ ਜਗ੍ਹਾ ਉਹਨਾਂ ਨੂੰ ਹੁੰਦਾ ਕਿ ਅਸੀਂ ਯੂਕਰੇਨੀਅਨ ਪਹਿਲਾਂ ਜਾਈਏ, ਇਹਨਾਂ ਇੰਡੀਅਨਸ ਨੂੰ ਕਿਤੇ ਨਾ ਕਿਤੇ ਬਹੁਤ ਘੱਟ, ਮਤਲਬ ਕਿਤੇ ਨਾ ਕਿਤੇ ਜ਼ਰੂਰ ਰੇਸਿਜ਼ਮ ਹੋ ਰਿਹਾ ਵਾ। ਕਾਫੀ ਸਟੂਡੈਂਟਸ ਕੱਲ੍ਹ 700 ਤੋਂ 1000 ਖਾਰਕਿਵ ਤੋਂ ਪੈਦਲ 25 ਕਿਲੋਮੀਟਰ ਦੂਰ ਇੱਕ ਜਗ੍ਹਾ ਆ ਪਿਸਾਚਨ ਕਰਕੇ, ਉੱਥੇ ਗਏ ਆ ਇੰਡੀਅਨ ਐਮਬੈਸੀ ਦੀ ਐਡਵਾਈਜ਼ਰੀ ਦੇ ਹੇਠ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਉੱਥੇ ਪਹੁੰਚੋ, ਵੀ ਡੋਨਟ ਨੋ ਕਿਵੇਂ, ਪਰ ਤੁਸੀਂ ਪਹੁੰਚੋ, ਪੈਦਲ ਪਹੁੰਚੋ, 2-3 ਘੰਟਿਆਂ ਦੇ ਟਾਈਮ ਦੇ ਵਿੱਚ ਪਹੁੰਚੋ। ਫਿਰ ਉਹ ਭੱਜੇ ਗਏ ਵਿਚਾਰੇ ਬਹੁਤ ਮੁਸ਼ਕਿਲ ਦੇ ਨਾਲ। ਜਿਹੜੇ ਸਾਡੇ ਕੰਟਰੈਕਟਰਸ ਆ ਉੱਥੇ, ਜਿਨ੍ਹਾਂ ਦੇ ਥਰੂ ਐਡਮਿਸ਼ਨਸ ਹੁੰਦੀਆਂ ਵਾ, ਉਹ ਵੀ ਇੰਡੀਅਨ ਆ, ਪੰਜਾਬ ਦੇ ਆ, ਇੱਕ ਤਾਂ ਅੰਮ੍ਰਿਤਸਰ ਦੇ ਹੀ ਆ ਸਾਡੇ। ਉਹ ਕਾਫੀ ਉੱਥੇ ਨਾਲ ਉਹਨਾਂ ਦੇ ਲੱਗ ਕੇ ਖਤਰੇ ਦੀ ਘੜੀ ਦੇ ਵਿੱਚ, ਬੌਂਬਿੰਗ ਦੇ ਵਿੱਚ ਉਹਨਾਂ ਨੂੰ ਬਚਾ ਕੇ ਲੈ ਕੇ ਜਾ ਰਹੇ, ਉਹ ਜ਼ਿੰਮੇਵਾਰੀ ਸਮਝ ਰਹੇ ਆ। ਬਟ ਜੋ ਕੰਮ ਸਾਡੀ ਇੰਡੀਅਨ ਗੌਰਮੈਂਟ ਨੂੰ ਕਰਨਾ ਚਾਹੀਦਾ ਸੀ, ਸ਼ਾਇਦ ਉਹ ਨਹੀਂ ਕਰ ਰਹੀ। ਉਹ ਬੱਚੇ ਉੱਥੇ ਪਹੁੰਚੇ ਆ ਪਿਸਾਚਿਨ, ਅਤੇ ਉੱਥੇ ਜਾ ਕੇ ਵੀ ਉਹਨਾਂ ਨੂੰ ਹਜੇ ਵੀ ਬੌਂਬਿੰਗ ਦੀਆਂ ਆਵਾਜ਼ਾਂ ਆ ਰਹੀਆਂ ਵਾ। ਉਹਨਾਂ ਨੂੰ ਕਿਹਾ ਗਿਆ ਸੀ ਕਿ ਇੱਕ ਸੇਫ ਸ਼ੈਲਟਰ ਦੇ ਵਿੱਚ ਤੁਹਾਨੂੰ ਇੰਡੀਅਨ ਐਮਬੈਸੀ ਲੈ ਕੇ ਜਾ ਰਹੀ ਆ, ਥੋੜ੍ਹੀ ਦੇਰ ਬਾਅਦ ਇਵੈਕੂਏਟ ਕਰੂਗੀ। ਬਟ ਅੱਜ ਮੈਂ ਵੀਡੀਓਜ਼ ਦੇਖ ਰਿਹਾ ਸੀ, ਉਹਨਾਂ ਇੱਕ ਦੋ ਨਾਲ ਮੇਰੀ ਗੱਲ ਵੀ ਹੋਈ, ਅਤੇ ਉਹ ਕਹਿੰਦੇ ਕਿ ਅਸੀਂ ਸਕੂਲ ਵਿੱਚ ਆ, ਬਟ ਇੱਥੇ ਵੀ ਬਹੁਤ ਜਿਵੇਂ ਬਿਲਕੁਲ ਲਾਗੇ ਬੌਂਬਿੰਗ ਹੋ ਰਹੀ ਆ, ਅਤੇ ਕੋਈ ਬੇਸਮੈਂਟ ਵੀ ਨਹੀਂ ਆ, ਸਗੋਂ ਉੱਥੇ ਤਾਂ ਬੇਸਮੈਂਟ ਸੀ ਜਿੱਥੇ ਪਹਿਲਾਂ ਸੀ, ਸੋ ਲੁੱਕ ਵੀ ਨਹੀਂ ਸਕਦੇ। ਇਹਨਾਂ ਨੂੰ ਕਿਹਾ ਗਿਆ ਕਿ 130 ਦੇ ਲਾਗੇ ਤਾਗੇ ਬੱਸਿਸ ਤੁਹਾਨੂੰ ਇਸ਼ੂ ਕੀਤੀਆਂ ਜਾਣਗੀਆਂ, ਜਿਹੜੀਆਂ ਉੱਥੋਂ ਲੈ ਕੇ ਜਾਣਗੀਆਂ। ਬਟ ਰਸ਼ੀਅਨ ਐਮਬੈਸੀ ਨਾਲ ਗੱਲ ਕੀਤੀ, ਅਤੇ ਉਹ ਕਹਿੰਦੇ ਸਾਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆ। ਸੋ ਇੱਕ ਹੋਪ ਪੈਦਾ ਕਰ ਦਿੱਤੀ ਜਾਂਦੀ ਆ, ਅਤੇ ਪਰ ਉਹ ਜਦੋਂ ਹੋਪ ਟੁੱਟਦੀ ਆ, ਉਦੋਂ ਸ਼ਾਇਦ ਹੋਰ ਵੀ ਜ਼ਿਆਦਾ ਦੁੱਖ ਹੁੰਦਾ ਆ। ਬੱਚਿਆਂ ਦਾ ਭਰੋਸਾ ਉੱਠ ਚੁੱਕਿਆ ਵਾ ਗੌਰਮੈਂਟ ਤੋਂ। ਆਈ ਡੋਂਟ ਨੋ, ਵੇਖੋ ਹੁਣ ਜੋ ਵੀ ਗੌਰਮੈਂਟ ਕਹਿੰਦੀ ਆ, ਉਹਦਾ ਬੜਾ 50-50 ਚਾਂਸ ਹੈ ਕਿ ਉਹਦੇ ਵਿੱਚ ਕਿੰਨਾ ਸੱਚ ਹੋਊ, ਕਿੰਨਾ ਗਲਤ। ਸੋ ਬੜਾ ਮੈਂਟਲੀ ਬਹੁਤ ਜ਼ਿਆਦਾ ਅਫੈਕਟ ਕਰ ਰਿਹਾ ਸਾਰਾ ਕੁਝ ਉੱਥੇ ਬੱਚਿਆਂ ਨੂੰ। ਜੋ ਤੁਹਾਡੇ ਨਾਲ ਗੱਲ ਕਰ ਰਹੇ ਆ ਤੁਹਾਡੇ ਜੂਨੀਅਰਸ, ਉਹ ਕਹਿ ਰਹੇ ਆ ਕਿ ਸਾਡੇ ਕੋਲ ਆਓ, ਸਾਡੀ ਮਦਦ ਕਰੋ। ਉਹ ਤਾਂ ਇੱਕੋ ਗੱਲ ਕਹਿੰਦੇ ਆ ਕਿ ਸਾਨੂੰ ਇੱਥੋਂ ਕੱਢੋ ਕਿਸੇ ਨਾ ਕਿਸੇ ਤਰੀਕੇ। ਉਹ ਇਹੀ ਕਹਿੰਦੇ ਆ ਗੌਰਮੈਂਟ ਆਫ ਇੰਡੀਆ ਨੂੰ ਕਹੋ, ਜਾਂ ਫਿਰ ਹੁਣ ਮੈਂ ਜਿਵੇਂ ਥੋੜ੍ਹਾ ਜਿਹਾ ਪੋਲੀਟਿਕਸ ਦੇ ਵਿੱਚ ਇਨਵੋਲਵ ਹੋਇਆ, ਅਤੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਉਹਨਾਂ ਦੀ ਹੈਲਪ ਕਰ ਸਕਦਾ ਹਾਂ। ਮੈਂ ਜਿੰਨਾ ਵੀ ਕਰ ਰਿਹਾ, ਮੈਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨਾਲ, ਜਾਂ ਫਿਰ ਆਪਣੇ CM ਸਾਹਿਬ ਨਾਲ, ਜਾਂ ਫਿਰ ਗੌਰਮੈਂਟ ਆਫ ਇੰਡੀਆ ਨਾਲ ਜਿਸ ਤਰੀਕੇ ਵੀ ਕੰਟੈਕਟ ਕਰਦਾ ਮੈਂ ਕਰਦਾ ਹਾਂ। ਅਤੇ ਬਾਕੀ ਇਸ ਤੋਂ ਜ਼ਿਆਦਾ ਤਾਂ ਅਸੀਂ ਇਹੀ ਕਰ ਸਕਦੇ ਹਾਂ ਕਿ ਅਸੀਂ ਖੁਦ ਉੱਥੇ ਜਾਈਏ। ਸੋ ਅਸੀਂ ਸਟੈਪ ਲਿਆ, ਅਤੇ ਹੁਣ ਅਸੀਂ ਉੱਥੇ ਜਾ ਕੇ ਦੇਖਾਂਗੇ ਕਿ ਕੀ ਕਰ ਸਕਦੇ ਹਾਂ, ਕੀ ਨਹੀਂ। ਪਰ ਹਾਂ, ਉਹਨਾਂ ਨੂੰ ਹੋਪ ਤਾਂ ਹੈ, ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਮਿਲੂਗੀ, ਅਤੇ ਉਹ ਜ਼ਰੂਰ ਉਹੀ ਭਾਲਦੇ ਆ ਕਿ ਸਾਨੂੰ ਕੋਈ ਹੈਲਪ ਕਰੇ ਤਾਂ ਸਹੀ। ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉੱਥੋਂ ਦੇ ਲੋਕ ਰੇਸਿਸਟ ਹੋ ਗਏ ਆ, ਪਹਿਲਾਂ ਕਿੱਦਾਂ ਦੇ ਸੀ? ਪਹਿਲਾਂ ਬਹੁਤ ਜ਼ਿਆਦਾ ਵਧੀਆ ਸੀ ਜੀ, ਅਸੀਂ ਤਾਂ ਪਰਿਵਾਰ ਵਾਂਗੂ ਰਹਿੰਦੇ ਸੀ ਸਾਰੇ।
ਕਦੀ ਹੁਣ ਉੱਥੇ ਯੂਕਰੇਨੀਅਨ ਰਸ਼ੀਅਨ ਉਹ ਵੀ ਸਾਨੂੰ ਉਹਨਾਂ ਨਾਲ ਰਲਦੇ ਮਿਲਦੇ ਅਸੀਂ ਬੋਲਦੇ ਸੀ। ਅਸੀਂ ਕਿਸੇ ਦੇ ਘਰੇ ਜਾਂਦੇ ਸੀ, ਉਹ ਸਾਨੂੰ ਬੜਾ ਵਧੀਆ ਤਰੀਕੇ ਦੇ ਨਾਲ ਅੱਗੋਂ ਟਰੀਟ ਕਰਦੇ ਸੀ। ਜਿਹੜੇ ਸਾਡੇ ਹੋਮ ਓਨਰ ਸੀ ਜਾਂ ਫਿਰ ਸਾਡੇ ਟੀਚਰ, ਸਾਡੇ ਪ੍ਰੋਫੈਸਰਸ, ਉਹਨਾਂ ਨੇ ਸਾਨੂੰ ਬਹੁਤ ਵਾਰੀ ਡਿਨਰ ਤੇ ਬੁਲਾਇਆ, ਲੰਚ ਤੇ ਬੁਲਾਇਆ। ਅਸੀਂ ਉਹਨਾਂ ਨੂੰ ਬਹੁਤ ਵਾਰੀ ਹੋਸਟ ਕੀਤਾ। ਇੱਕ ਪਰਿਵਾਰ ਵਾਂਗੂ ਰਹਿੰਦੇ ਸੀ। ਮੈਂ ਉੱਥੇ ਕਦੀ ਕਦੀ ਖੇਡਦਾ ਵੀ ਸੀ, ਤੇ ਮੇਰੇ ਕੋਚਿਸ ਸੀ ਜਿਹੜੇ ਉਹ ਬਹੁਤ ਵਧੀਆ ਸੀ। ਜਿਹੜੇ ਨਾਲ ਸਾਡੇ ਸਟੂਡੈਂਟ ਪੜ੍ਹਦੇ ਸੀ ਉੱਥੋਂ ਦੇ, ਉਹ ਬਹੁਤ ਵਧੀਆ ਸੀ। ਸੋ ਇਸ ਤਰ੍ਹਾਂ ਦਾ ਕਦੀ ਉੱਥੇ ਦੇਖਣ ਨੂੰ ਨਹੀਂ ਮਿਲਿਆ। ਕਿਤੇ ਆ 6 ਸਾਲਾਂ ਵਿੱਚ ਇੱਕ ਅੱਧੀ ਵਾਰੀ ਕਿਤੇ ਥੋੜ੍ਹਾ ਬਹੁਤ ਕਿਸੇ ਨੇ ਰੇਸਿਸਟ ਕਮੈਂਟ ਪਾਸ ਕੀਤਾ ਹੋਵੇ ਜਾਂ ਕੁਛ, ਪਰ ਇਸ ਤੋਂ ਜ਼ਿਆਦਾ ਕੁਛ ਨਹੀਂ। ਇਹ ਤਾਂ ਇੱਥੇ ਵੀ ਸਾਨੂੰ ਕਰ ਦਿੰਦੇ ਆ ਜੇ ਆਪਾਂ ਪੰਜਾਬ ਤੋਂ ਬਾਹਰ ਜਾਈਏ। ਬਟ ਹੁਣ ਜ਼ਿਆਦਾ ਆ, ਕਿਉਂਕਿ ਇੱਕ ਪੈਨਿਕ ਸਿਚੁਏਸ਼ਨ ਆ, ਉਹੀ ਸਰਵਾਈਵਲ ਦੀ ਗੱਲ ਆ ਜਾਂਦੀ ਆ, ਤੇ ਫਿਰ ਲੋਕਾਂ ਨੂੰ ਆ ਕਿ ਅਸੀਂ ਪਹਿਲਾਂ ਬਚੀਏ, ਤੁਸੀਂ ਬਾਅਦ 'ਚੋਂ। ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼, ਕੁਝ ਪਿਕਚਰਸ ਵਾਇਰਲ ਹੋ ਰਹੀਆਂ, ਜਿਹ 'ਚ ਦੇਖਣ ਨੂੰ ਮਿਲਦਾ ਹੈ ਕਿ ਯੂਕਰੇਨ ਦੇ ਲੋਕ ਕੱਟੜ ਰਾਸ਼ਟਰਵਾਦੀ ਆ। ਉੱਥੋਂ ਦੀਆਂ ਔਰਤਾਂ ਦੀ ਗੱਲ ਕਰ ਲਓ, ਬੱਚਿਆਂ ਦੀ ਗੱਲ ਕਰ ਲਓ, ਮਰਦਾਂ ਦੀ ਗੱਲ ਕਰ ਲਓ, ਸਾਰਿਆਂ ਨੇ ਹਥਿਆਰ ਚੱਕੇ ਹੋਏ ਆ, ਤੇ ਉਹ ਕਹਿੰਦੇ ਆ ਕਿ ਹਾਂ ਅਸੀਂ ਲੜਾਈ 'ਚ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਤੁਸੀਂ ਹੁਣ ਜਾਣ ਦੀ ਤਿਆਰੀ ਕੀਤੀ ਹੋਈ ਆ, ਜਾ ਕੇ ਕਿੱਦਾਂ ਸਰਵ ਕਰੋਗੇ ਜਾਂ ਹਾਲਾਤਾਂ ਦਾ ਮੁਕਾਬਲਾ ਕਰਨ ਨੂੰ ਤਿਆਰ ਹੋ? ਜੇ ਹਥਿਆਰ ਚੱਕਣ ਦੀ ਲੋੜ ਪਈ ਤਾਂ ਹਥਿਆਰ ਵੀ ਚੱਕੋਗੇ? ਜਿਹੜੇ ਤੇ ਯੂਕਰੇਨ ਦੇ ਲੋਕ ਆ ਜੀ, ਉੱਥੇ ਇੱਕ ਨਾ ਰੂਲ ਆ ਕਾਫੀ ਜਗ੍ਹਾ ਤੇ ਕਿ ਤੁਸੀਂ 10th ਜਾਂ +2 ਤੋਂ ਬਾਅਦ 1 ਜਾਂ 2 ਸਾਲ ਆਰਮੀ ਟ੍ਰੇਨਿੰਗ, ਮਿਲਟਰੀ ਟ੍ਰੇਨਿੰਗ ਜਾਂ ਫਿਰ ਪੁਲਿਸ ਟ੍ਰੇਨਿੰਗ ਦੇ ਵਿੱਚ ਲਾਉਣੇ ਆ। ਸੋ ਕਾਫੀ ਹੱਦ ਤੱਕ ਲੋਕ ਟ੍ਰੇਨਡ ਆ। ਬਟ ਉਹਨਾਂ ਤੋਂ ਇਲਾਵਾ ਵੀ ਜਿਹੜੇ ਕਈ ਮਾਵਾਂ ਨੇ ਵੀ, ਕਈ ਲੜਕੀਆਂ ਨੇ, ਕਈ ਬਜ਼ੁਰਗਾਂ ਨੇ ਵੀ ਹਥਿਆਰ ਚੁੱਕ ਲਏ ਆ, ਕਿਉਂਕਿ ਉਹਨਾਂ ਦਾ ਦੇਸ਼ ਨਾਲ ਪਿਆਰ ਹੀ ਇੰਨਾ ਜ਼ਿਆਦਾ ਆ, ਬੇਹਿਸਾਬ ਪਿਆਰ ਆ। ਜੇ ਮੈਂ ਆਪਣੀ ਗੱਲ ਕਰਾਂ ਤੇ ਮੈਂ ਐਜ਼ ਅ ਡਾਕਟਰ ਉੱਥੇ ਇਨੀਸ਼ੀਅਲੀ ਸਾਡਾ ਤਾਂ ਇਹੀ ਆ ਕਿ ਅਸੀਂ ਐਜ਼ ਅ ਡਾਕਟਰ ਉੱਥੇ ਹੈਲਪ ਕਰਾਂਗੇ। ਜੇ ਕਿਸੇ ਨੂੰ ਸਾਈਕੋਲੋਜੀਕਲ ਕਾਉਂਸਲਿੰਗ ਦੀ ਲੋੜ ਆ ਉਹ ਕਰਾਂਗੇ, ਕਿਸੇ ਨੂੰ ਮੈਡੀਸਿਨ ਦੀ ਲੋੜ ਆ ਉਹ ਕਰਾਂਗੇ, ਕਿਸੇ ਵੀ ਤਰੀਕੇ ਅਸੀਂ ਕਿਸੇ ਦੀ ਜਾਨ ਬਚਾ ਪਾਈਏ ਤੇ ਉਹ ਕਰਾਂਗੇ। ਹਥਿਆਰ ਚੱਕਣ ਦਾ, ਇਹ ਚੀਜ਼ਾਂ ਦਾ ਸਾਡਾ ਅਜੇ ਕੋਈ ਖਿਆਲ ਨਹੀਂ ਆ। ਮੈਨੂੰ ਲੱਗਦਾ ਨਹੀਂ ਆ ਕਿ ਇਸ ਤਰ੍ਹਾਂ ਕੋਈ ਨੌਬਤ ਪਵੇ, ਵੀ ਮੈਂ ਚਾਹੁੰਦਾ ਨਹੀਂ ਆ। ਬਟ ਮੇਨਲੀ ਟੋਟਲੀ ਫਰੋਮ ਹਿਊਮੈਨੀਟੇਰੀਅਨ ਪਰਪਸ ਅਸੀਂ ਜਾਵਾਂਗੇ, ਮੈਡੀਕਲ ਹੈਲਪ ਦੇਵਾਂਗੇ। ਜੇ ਕਿਸੇ ਨੂੰ ਸ਼ੈਲਟਰ ਦੀ ਲੋੜ ਪਈ ਅਸੀਂ ਦੇ ਸਕਦੇ ਹੋਏ ਤਾਂ ਦੇਵਾਂਗੇ। ਜੇ ਫੂਡ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਲੋੜ ਪੈਂਦੀ ਤੇ ਅਸੀਂ ਦੇਵਾਂਗੇ। ਵਰਲਡ ਵਾਰ 2 ਦੀ ਗੱਲ ਕਰੀਏ, ਅਮਰੀਕਾ ਨੇ 2 ਧੜਿਆਂ ਨੂੰ ਹਥਿਆਰ ਵੰਡੇ। ਜਦੋਂ ਆਪਸ 'ਚ ਲੜ ਭਿੜ ਕੇ ਕਮਜ਼ੋਰ ਪੈ ਗਏ, ਫਿਰ ਹੀਰੋਸ਼ੀਮਾ ਨਾਗਾਸਾਕੀ ਨਾਲ ਮਿਲ ਕੇ ਐਟਮ ਬੰਬ ਦੀ ਤਿਆਰੀ, ਹੈ ਨਾ, ਉਹ ਸਾਰਾ ਵਰਲਡ ਵਾਰ 'ਚ ਜੋ ਹੋਇਆ ਸੀ। ਐਟ ਦ ਐਂਡ ਆਫ ਦ ਡੇ ਅਮਰੀਕਾ ਬਿਕੇਮ ਵਨ ਆਫ ਦ ਵਰਲਡਸਟ ਪਾਵਰਫੁਲ ਕੰਟਰੀਜ਼, ਹੈ ਨਾ। ਤੁਹਾਨੂੰ ਲੱਗਦਾ ਹੁਣ ਜਿਹੜੀ ਰਸ਼ੀਆ ਯੂਕਰੇਨ 'ਚ ਲੜਾਈ ਹੋ ਰਹੀ ਹੈ, ਅਮਰੀਕਾ ਦਾ ਕੋਈ ਹੱਥ ਹੈ? ਮੇਰੀ ਕਾਫੀ ਆਰਮੀ ਪਰਸਨਲਸ ਨਾਲ ਵੀ ਗੱਲ ਹੁੰਦੀ ਰਹਿੰਦੀ ਆ। ਮੇਰੇ ਫਰੈਂਡਸ ਆ ਆਰਮੀ ਦੇ ਵਿੱਚ, ਆਫਿਸਰਸ ਆ, ਤੇ ਉਹਨਾਂ ਨਾਲ ਮੈਂ ਡਿਸਕਸ ਕਰਦਾ ਆ, ਤੇ ਗੱਲ ਚੱਲਦੀ ਆ ਕਿ ਜਦੋਂ ਵੀ ਕਿਤੇ ਕੋਈ ਇਕਨੋਮਿਕਲ ਕ੍ਰਾਈਸਿਸ ਆਉਂਦਾ ਆ, ਜਿਵੇਂ ਕੋਵਿਡ ਲੰਘ ਕੇ ਗਿਆ ਵਾ, ਤੇ ਇਹ ਸਰਕਾਰਾਂ ਯੂਜ਼ ਕਰਦੀਆਂ ਵਾ ਇਹਨਾਂ ਵਾਰਸ ਨੂੰ ਆਪਣੀ ਇਕਨੋਮਿਕਲ ਸਟੇਬਿਲਿਟੀ ਨੂੰ ਵਾਪਸ ਲਿਆਉਣ ਲਈ। ਸੋ ਮੇਰਾ ਇਹ ਮੰਨਣਾ ਆ ਕਿ ਕੋਵਿਡ ਕਰਕੇ ਇਹ ਵਾਰ ਆ ਜਿਹੜੀ ਕਿਤੇ ਨਾ ਕਿਤੇ ਇਨੀਸ਼ੀਏਟ ਕੀਤੀ ਗਈ। ਫਿਰ ਇਹ ਕੀ ਕਰਦੇ ਆ, ਜਿਹੜੇ ਹਥਿਆਰ ਆ, ਹੁਣ ਇੱਕ ਗੋਲੀ ਜੇ AK-47 ਦੀ ਕਹੀਏ ਤੇ ਉਹ ਲਗਭਗ 100 ਰੁਪਏ ਦੀ ਆ, ਤੇ ਉੱਥੇ ਹਜ਼ਾਰਾਂ ਲੱਖਾਂ ਗੋਲੀਆਂ ਚੱਲਣੀਆਂ ਵਾ, ਲੱਖਾਂ ਹਥਿਆਰ ਚੱਲਣੇ ਆ। US ਨੇ ਪਹਿਲਾਂ ਯੂਕਰੇਨ ਨੂੰ ਇੱਕ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਆ। ਫਿਰ ਜਦੋਂ ਸੱਚੀ ਦੇ ਵਿੱਚ ਵਾਰ ਲੱਗ ਗਈ ਤੇ ਉਹਨੇ ਇੱਕ ਹਿਸਾਬ ਦਾ ਥੋੜ੍ਹਾ ਜਿਹਾ ਬੈਕ ਆਫ ਕਰ ਲਿਆ। ਭਾਵੇਂ ਮੂੰਹ ਤੋਂ ਜਿਸ ਤਰ੍ਹਾਂ ਮਰਜ਼ੀ ਮਿੱਠੇ ਬਣ ਰਹੇ ਆ, ਪਰ ਕਿਤੇ ਨਾ ਕਿਤੇ ਆਪਾਂ ਨੂੰ ਵੀ ਵੇਖਣ ਨੂੰ ਮਿਲਦਾ ਆ ਕਿ ਬੈਕ ਆਫ ਕਰ ਰਹੇ ਨੇ। ਬਟ ਸਪਲਾਈਜ਼ ਦੇ ਵਿੱਚ ਕੋਈ ਘਾਟ ਨਹੀਂ ਛੱਡੀ ਕਿ ਅਸੀਂ ਤੁਹਾਨੂੰ ਹਥਿਆਰ ਵੀ ਦੇਵਾਂਗੇ, ਟੈਂਕਸ ਵੀ ਦੇਵਾਂਗੇ, ਇਹ ਵੀ ਦੇਵਾਂਗੇ, ਉਹ ਵੀ ਦੇਵਾਂਗੇ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ US ਦਾ ਬਹੁਤ ਵੱਡਾ ਹੱਥ ਆ, ਸਿਰਫ ਤੇ ਸਿਰਫ ਆਪਣੀ ਇੱਕ ਇਸ ਚੀਜ਼ ਦੇ ਬੈਨੀਫਿਟ ਲਈ। ਲੱਗਦਾ ਹੈ ਇਹ ਜਿਹੜੀ ਲੜਾਈ ਹੈ ਨਿਊਕਲੀਅਰ ਵਾਰ ਵੱਲ ਵੱਧ ਸਕਦੀ ਹੈ? ਬਿਲਕੁਲ ਵੱਧ ਸਕਦੀ ਆ ਜੀ। ਇਹ ਲੜਾਈ ਦੇ ਵਿੱਚ ਰਸ਼ੀਆ ਵਾਲਿਆਂ ਨੇ, ਪੁਤਿਨ ਸਾਹਿਬ ਨੇ ਬਹੁਤ ਵਾਰੀ ਕਹਿ ਵੀ ਦਿੱਤਾ ਆ ਕਿ ਜੇ ਮੈਨੂੰ ਵਰਤਣੇ ਪੈਣਗੇ ਤੇ ਮੈਂ ਨਿਊਕਲੀਅਰ ਵੈਪਨਸ ਵੀ ਵਰਤੂੰਗਾ। ਇੱਥੋਂ ਤੱਕ ਕਿ ਉੱਥੇ ਇੱਕ ਜ਼ਪੋਰੇਸ਼ੀਆ ਨਿਊਕਲੀਅਰ ਪਾਵਰ ਪਲਾਂਟ ਆ ਯੂਕਰੇਨ ਦੇ ਵਿੱਚ, ਕਾਫੀ ਵੱਡਾ ਆ। ਆਈ ਥਿੰਕ ਐਗਜ਼ੈਕਟਲੀ ਨਹੀਂ, ਬਟ ਮੈਨੂੰ ਲੱਗਦਾ ਆ ਕਿ ਉਹ ਯੂਰਪ ਦਾ ਸਭ ਤੋਂ ਵੱਡਾ ਨਿਊਕਲੀਅਰ ਪਾਵਰ ਪਲਾਂਟ ਆ। ਉੱਥੇ ਵੀ ਅਟੈਕ ਹੋ ਗਿਆ ਵਾ। ਸੋ ਉੱਥੇ ਵੀ ਕਾਫੀ ਇਹਨਾਂ ਨੇ ਬੋਂਬਿੰਗ ਵਗੈਰਾ ਕੀਤੀ ਆ। ਹਜੇ ਤੱਕ ਕੋਈ ਨਿਊਜ਼ ਤੇ ਨਹੀਂ ਆਈ ਕਿ ਉਹ ਤਬਾਹ ਹੋ ਚੁੱਕਿਆ, ਬਟ ਜੇ ਉਹ ਵੀ ਹੋ ਗਿਆ ਤੇ ਉਹ ਵੀ ਇੱਕ ਨਿਊਕਲੀਅਰ ਵੈਪਨ ਤੋਂ ਕਿਤੇ ਘੱਟ ਨਹੀਂ ਆ। ਜਿਵੇਂ ਪਹਿਲਾਂ ਚਰਨੋਬਿਲ ਦਾ ਇਨਸੀਡੈਂਟ ਹੋਇਆ, ਉਹ ਦੁਬਾਰਾ ਰਿਪੀਟ ਕਰ ਸਕਦੇ ਆ। ਤੇ ਜਦੋਂ ਕਿਤੇ ਨਿਊਕਲੀਅਰ ਵੈਪਨ ਕੋਈ ਯੂਜ਼ ਕਰ ਦਿੱਤਾ ਗਿਆ ਤੇ ਫਿਰ ਖਤਮ ਆ। ਫਿਰ ਤੇ ਵਰਲਡ ਵਾਰ 3 ਤੇ ਵਰਲਡ ਵਾਰ 3 ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਕੁਛ ਰਹਿ ਜਾਣਾ ਆ, ਕਿਉਂਕਿ ਵੈਪਨਸ ਇੰਨੇ ਪਾਵਰਫੁਲ ਆ ਕਿ ਸਿਵਲਾਈਜੇਸ਼ਨਸ ਹੀ ਵਾਈਪ ਆਊਟ ਹੋ ਜਾਣਗੀਆਂ।
ਸਿਮਰਨਜੀਤ ਸਿੰਘ ਮਾਨ ਦਾ ਕਮੈਂਟ ਆਇਆ ਕਿ ਨਮਕ ਹਲਾਲੀ ਦਾ ਵਾਸਤਾ ਪਾਇਆ ਉਹਨਾਂ ਨੇ ਕਿ ਹਾਂ ਤੁਸੀਂ ਇੱਥੋਂ ਦਾ ਨਮਕ ਖਾਦਾ ਤਾਂ ਵਾਪਸ ਆਉਣ ਦੀ ਬਜਾਏ ਉੱਥੋਂ ਦੇ ਲੋਕਾਂ ਨੂੰ ਤੁਹਾਡੀ ਲੋੜ ਹੈ ਤੇ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਉਹਨਾਂ ਦੀ ਮਦਦ ਕਰੋ। ਦੂਜੇ ਪਾਸੇ ਔਜਲਾ ਸਾਹਿਬ ਨੇ ਉਹਨਾਂ ਨੂੰ ਕਾਊਂਟਰ ਕਰਕੇ ਕਿਹਾ ਕਿ ਅਸੀਂ ਆਪਦੇ ਜਵਾਕ ਉੱਥੇ ਪੜ੍ਹਾਉਣ ਨੂੰ ਭੇਜੇ ਸੀ, ਨਾ ਕਿ ਉੱਥੇ ਫੌਜਾਂ 'ਚ ਭਰਤੀ ਕਰਾਉਣ ਨੂੰ। ਤੁਸੀਂ ਕੀ ਕਹਿਣਾ ਚਾਹੋਗੇ? ਸਿਮਰਜੀਤ ਮਾਨ ਜੀ ਸ਼ੁਰੂ ਤੋਂ ਹੀ ਬੜੇ ਗਰਮ ਖਿਆਲੀਏ ਜੇ ਸੋਚਦੇ ਰਹੇ ਆ ਤੇ ਮੈਂ ਔਜਲਾ ਸਾਹਿਬ ਦੀ ਗੱਲ ਤੇ ਥੋੜਾ ਜਿਹਾ ਜ਼ਿਆਦਾ ਵੇਨ ਕਰੂੰਗਾ ਕਿ ਉੱਥੇ ਬੱਚੇ ਪੜ੍ਹਨ ਗਏ ਆ, ਉੱਥੇ ਉਹ ਇਹ ਸੋਚ ਕੇ ਗਏ ਆ ਕਿ ਅਸੀਂ ਇੱਕ ਡਾਕਟਰ ਬਣਨਾ ਆ। ਉਹ ਇਹ ਨਹੀਂ ਸੋਚ ਕੇ ਗਏ ਕਿ ਅਸੀਂ ਉੱਥੇ ਜਾ ਕੇ ਤੇ ਆਰਮੀ ਦੇ ਵਿੱਚ ਜਾਂ ਫਿਰ ਮਿਲਟਰੀ ਦੇ ਵਿੱਚ ਜਾਂ ਫਿਰ ਹਥਿਆਰ ਚੁੱਕ ਲੈਣੇ ਆ। ਜੇ ਕਰਨਾ ਹੁੰਦਾ ਤੇ ਉਹ ਪਹਿਲਾਂ ਹੀ ਇੱਥੇ ਆਰਮੀ ਨੂੰ ਆਪਟ ਕਰਦੇ। ਸੋ ਮੇਰਾ ਇਹ ਮੰਨਣਾ ਸਿਮਰਜੀਤ ਮਾਨ ਸਾਹਿਬ ਇੱਥੇ ਗਲਤ ਆ। ਬਾਕੀ ਉਹਨਾਂ ਦੀਆਂ ਉਹ ਸ਼ੁਰੂ ਤੋਂ ਗਰਮ ਖਿਆਲੀਏ ਆ ਥੋੜ੍ਹੇ, ਮੈਨੂੰ ਥੋੜਾ ਉਹਨਾਂ ਦੀ ਸੋਚ ਥੋੜੀ ਐਕਸਟ੍ਰੀਮ ਲੱਗਦੀ ਆ। ਉਹ ਕਿਤੇ ਨਾ ਕਿਤੇ ਨਹੀਂ, ਔਜਲਾ ਸਾਹਿਬ ਵੱਲ ਥੋੜਾ ਮੈਂ ਜ਼ਿਆਦਾ ਵੇਨ ਕਰੂੰਗਾ ਉਹਨਾਂ ਦੀ ਸਟੇਟਮੈਂਟ ਵੱਲ। ਸਿੱਖਾਂ ਦੀ ਗੱਲ ਕਰੀਏ, ਯੂਕਰੇਨ ਦੇ ਵਾਸੀ ਹੈ, ਉਹ ਯੂਕਰੇਨ ਛੱਡ ਕੇ ਬਾਹਰ ਨੂੰ ਜਾ ਰਹੇ ਹੈ ਤੇ ਇਧਰੋਂ ਪੰਜਾਬ ਦੇ ਲੋਕ ਚੱਕਿਆ ਸਮਾਨ ਉਧਰ ਨੂੰ ਕਿ ਹਾਂ ਜਿੱਥੇ ਲੋੜ ਹੈ ਅਸੀਂ ਪਹੁੰਚਾਂਗੇ। ਇੰਨੀ ਤਾਕਤ ਕਿੱਥੋਂ ਆਉਂਦੀ ਆ? ਇਹ ਤਾਕਤ ਤੇ ਆਪਾਂ ਨੂੰ ਸਾਡੇ ਗੁਰੂ ਸਾਹਿਬਾਂ ਨੇ ਦਿੱਤੀ ਹੈ ਜੀ। ਸ਼ੁਰੂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਿੰਘ ਬਣਾਇਆ ਸੀ ਤੇ ਸਿੰਘ ਦਾ ਮਤਲਬ ਹੀ ਵਾਰੀਅਰ ਸੀ। ਬਟ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਹਾਂ ਸਾਨੂੰ ਲੜਨਾ ਚਾਹੀਦਾ ਸਾਡੇ ਲੋਕਾਂ ਲਈ। ਕਿਤੇ ਨਾ ਕਿਤੇ ਸਿਮਰਜੀਤ ਮਾਨ ਸਾਹਿਬ ਦਾ ਵੀ ਮੈਂ ਉਹਨਾਂ ਦੀ ਗੱਲ ਨੂੰ ਵਿੱਚ ਪਿਚਨ ਕਰਾਂ ਤੇ ਬਿਲਕੁਲ ਯੂਕਰੇਨ ਦੇ ਲੋਕਾਂ ਨੇ ਜੇ ਸਾਡੀ ਇੰਨੀ ਮਦਦ ਕੀਤੀ ਆ ਤੇ ਸਾਨੂੰ ਕਿਤੇ ਨਾ ਕਿਤੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ। ਬਟ ਅਸੀਂ ਉਹਨਾਂ ਦੀ ਮੈਡੀਕਲ ਲਾਈਨ ਦੇ ਵਿੱਚ ਇਕਨੋਮਿਕਲੀ ਉਹਨਾਂ ਦੀ ਫੂਡ ਦੇ ਵਿੱਚ ਹਰ ਕਿਤੇ ਜੇ ਉਹਨਾਂ ਦੇ ਲੋਕ ਜਿਹੜੇ ਲੱਖਾਂ ਦੇ ਹਿਸਾਬ ਨਾਲ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਆਏ ਆ ਤੇ ਜੇ ਆਪਾਂ ਉਹਨਾਂ ਦੀ ਹੈਲਪ ਕਰ ਸਕੀਏ, ਉਹਨਾਂ ਨੂੰ ਸੰਭਾਲ ਸਕੀਏ, ਕਿਉਂਕਿ ਉਹ ਸਾਰੇ ਹੁਣ ਘਰੋਂ ਬਾਹਰ ਆ, ਸੜਕਾਂ ਤੇ ਆ, ਭਾਵੇਂ ਦੂਸਰੀਆਂ ਬਾਰਡਰਸ ਤੇ ਚਲੇ ਗਏ ਆ, ਬਟ ਬਹੁਤ ਜ਼ਿਆਦਾ ਲੋੜ ਆ ਉਹਨਾਂ ਨੂੰ ਹੈਲਪ ਕਰਨ ਦੀ। ਜੇ ਆਪਾਂ ਅੰਦਰ ਵੀ ਚਲੇ ਜਾਵਾਂਗੇ ਯੂਕਰੇਨ ਦੇ ਵਿੱਚ ਤੇ ਕਿਸੇ ਨਾ ਕਿਸੇ ਤਰੀਕੇ ਸਾਨੂੰ ਕੋਈ ਪਲਾਨ ਬਣਾ ਕੇ ਜਾਣਾ ਪਊਗਾ। ਆਪਾਂ ਉੱਥੇ ਜਾ ਕੇ ਐਵੇਂ ਸੜਕਾਂ ਦੇ ਉੱਤੇ ਲੜ ਨਹੀਂ ਸਕਦੇ। ਟੈਂਕ ਘੁੰਮ ਰਹੇ ਆ, ਬੋਂਬਿੰਗ ਹੋ ਰਹੀ ਆ, ਕਿਤੇ ਇਹ ਨਾ ਹੋਵੇ। ਦੋ ਸ਼ਬਦ ਆ, ਇੱਕ ਬਰੇਵਰੀ ਹੁੰਦੀ ਆ ਤੇ ਇੱਕ ਬਰਵਾਡੋ ਹੁੰਦਾ ਆ। ਇਹਨਾਂ ਦੋਵਾਂ ਦੇ ਵਿੱਚ ਸਾਨੂੰ ਫਰਕ ਸਮਝਣਾ ਚਾਹੀਦਾ ਆ। ਸੋ ਇਹੀ ਕਹਿਣਾ ਚਾਹੂੰਗਾ ਮੈਂ। ਡਾਕਟਰ ਸਵਾਈਮਾਨ ਦੀ ਗੱਲ ਕਰੀਏ ਜਾਂ ਫਿਰ ਤੁਹਾਡੇ ਪਰਿਵਾਰ ਦੀ ਗੱਲ ਕਰੀਏ, ਹੁਣ ਜਿਵੇਂ ਉਧਰ ਦੀ ਜਾਣ ਦੀ ਤਿਆਰੀ ਕੀਤੀ ਹੋਈ ਆ, ਉਹਨਾਂ ਨੇ ਐ ਨਹੀਂ ਕਿਹਾ ਕਿ ਹਾਂ ਮੌਤ ਦੇ ਮੂੰਹ 'ਚ ਇੱਕ ਹਿਸਾਬ ਨਾਲ ਉਧਰ ਭੇਜ ਰਹੇ, ਕਿਤੇ ਤਾਂ ਸਾਰੇ ਆ ਰਹੇ ਆ ਤੇ ਤੁਸੀਂ ਉਧਰ ਜਾਣ ਦੀ ਤਿਆਰੀ, ਉਹ ਨਾਲ ਤੁਹਾਡੇ ਖੜੇ ਆ ਜਾਂ ਫਿਰ ਉਹਨਾਂ ਦੇ ਖਿਲਾਫ ਬਾਗੀ ਹੋ ਕੇ ਚੱਲੇ ਹੋ? ਨਹੀਂ ਜੀ, ਉਹ ਬਿਲਕੁਲ ਸਾਡੇ ਨਾਲ ਖੜੇ ਆ। ਉਹਨਾਂ ਨੂੰ ਪਤਾ ਆ, ਭਰੋਸਾ ਆ ਮੇਰੇ ਤੇ ਵੀ, ਡਾਕਟਰ ਸਵਾਈਮਾਨ ਜੀ ਤੇ ਵੀ ਅਸੀਂ ਕੋਈ ਵੀ ਸਟੈਪ ਚੁੱਕਾਂਗੇ ਤੇ ਸੋਚ ਸਮਝ ਕੇ ਚੁੱਕਾਂਗੇ, ਐਵੇਂ ਅੰਨ੍ਹੇਵਾਹ ਨਹੀਂ। ਤਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਅਸੀਂ ਬਰਲਿਨ ਵਿੱਚ ਜਾ ਕੇ ਸਾਰਾ ਸੌਰਟ ਆਊਟ ਕਰਾਂਗੇ, ਇੱਕ ਪਲਾਨ ਬਣਾਵਾਂਗੇ ਕਿਸ ਤਰ੍ਹਾਂ ਜਾ ਸਕਦੇ ਹਾਂ, ਕਿਸ ਤਰ੍ਹਾਂ ਜਾਵਾਂਗੇ। ਉੱਥੋਂ ਦੀਆਂ ਥੋੜ੍ਹੀਆਂ ਮਿਲਟਰੀ ਵਾਲੇ ਹਸਪੀਟਲਸ ਦੇ ਨਾਲ, ਸਾਡੀਆਂ ਯੂਨੀਵਰਸਿਟੀਜ਼ ਦੇ ਨਾਲ, ਉੱਥੋਂ ਦੀ ਗੌਰਮੈਂਟ ਦੇ ਨਾਲ ਵੀ ਥੋੜ੍ਹੇ ਜਿਹੇ ਕੰਟੈਕਟਸ ਹੈਗੇ ਆ। ਉਹਨਾਂ ਨੂੰ ਪੁੱਛਾਂਗੇ ਕਿ ਕਿਸ ਤਰ੍ਹਾਂ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਇਹ ਨਹੀਂ ਕਿ ਆਪਾਂ ਉਸ 'ਤੇ ਕਿਸੇ ਖਤਰੇ ਦੇ ਮੈਦਾਨ ਵਿੱਚ ਐਵੇਂ ਨਹੀਂ ਉਤਰਾਂਗੇ। ਸੋਚ ਸਮਝ ਕੇ ਇੱਕ ਸੇਫਟੀ ਨੂੰ ਪਹਿਲ ਦਿੰਦੇ ਹੋਏ ਉਤਰਾਂਗੇ। ਜੇ ਅਸੀਂ ਸੇਫ ਹਾਂ ਤੇ ਫਿਰ ਹੀ ਅਸੀਂ ਲੋਕਾਂ ਨੂੰ ਬਚਾ ਪਾਵਾਂਗੇ। ਆਪਦੇ ਜਿਹੜੇ ਤੁਹਾਡੇ ਉੱਥੇ ਜੂਨੀਅਰਸ ਆ ਉਹਨਾਂ ਨੂੰ ਹੌਸਲਾ ਦੇਤਾ ਕਿ ਟੈਨਸ਼ਨ ਨਾ ਲਓ, ਅਸੀਂ ਆ ਰਹੇ ਹਾਂ। ਡਾਕਟਰ ਸਵਾਈਮਾਨ ਇੱਧਰੋਂ ਤੁਰ ਗਏ ਸਵੇਰੇ ਤੇ ਅਸੀਂ ਵੀ ਬਸ ਇੱਕ ਅੱਧਾ ਦਿਨ ਜਾਂਦਾ। ਬਿਲਕੁਲ ਜੀ, ਬਿਲਕੁਲ। ਬਾਕੀ ਕਾਫੀ ਜਣੇ ਜਿਹੜੇ ਬਾਰਡਰਸ ਤੇ ਆ ਉਹ ਤੇ ਇਹੀ ਵੇਟ ਕਰ ਰਹੇ ਆ ਕਿ ਤੁਸੀਂ ਕਦੋਂ ਆ ਰਹੇ ਹੋ। ਜਿਹੜੇ ਅੰਦਰ ਫਸੇ ਆ ਉਹਨਾਂ ਨੂੰ ਗੱਲ ਹੁੰਦੀ ਆ ਮੇਰੀ, ਉਹਨਾਂ ਨੂੰ ਮੈਂ ਇਹ ਤੇ ਹੌਸਲਾ ਅਜੇ ਜਿਵੇਂ ਇੰਨਾ ਨਹੀਂ ਦੇ ਰਿਹਾ ਕਿ ਅਸੀਂ ਆ ਰਹੇ ਹਾਂ, ਪਰ ਉਹਨਾਂ ਨੂੰ ਇਹ ਹੌਸਲਾ ਮੈਂ ਜ਼ਰੂਰ ਦਿੰਦਾ ਆ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਆਪਣੀ ਜਿਹੜੀ ਸਰਵਾਈਵਲ ਟ੍ਰੇਨਿੰਗ ਆ ਉਹਨੂੰ ਥੋੜ੍ਹਾ ਬੈਕਅਪ ਕਰੋ, ਥੋੜ੍ਹੇ ਆਪਣੇ ਰਿਸੋਰਸਿਸ ਨੂੰ ਧਿਆਨ ਨਾਲ ਯੂਜ਼ ਕਰੋ, ਆਪਣੇ ਫੋਨ ਦੀਆਂ ਬੈਟਰੀਜ਼ ਵਗੈਰਾ ਥੋੜ੍ਹੇ ਵਾਲਸ ਤੋਂ ਜਾਂ ਫਿਰ ਇਹਨਾਂ ਖਿੜਕੀਆਂ ਤੋਂ ਦੂਰ ਜੋ ਕੁਛ ਵੀ ਮਤਲਬ ਮੈਂ ਉਹਨਾਂ ਦੀ ਹੈਲਪ ਕਰ ਸਕਦਾ ਮੈਂ ਕਰ ਰਿਹਾ। ਹੌਸਲਾ ਦੇ ਰਿਹਾ ਵਾਂ, ਉਹਨਾਂ ਨੂੰ ਦੱਸ ਰਿਹਾ ਕਿ ਅਸੀਂ ਇੱਥੇ ਹੈਗੇ ਹਾਂ, ਮੈਂ ਆਵਾਜ਼ ਚੁੱਕ ਰਿਹਾ ਉਹਨਾਂ ਲਈ। ਤੇ ਮੈਂ ਦੱਸਿਆ ਜ਼ਰੂਰ ਹੈ ਉਹਨਾਂ ਨੂੰ ਕਿ ਅਸੀਂ ਆ ਰਹੇ ਹਾਂ, ਬਟ ਇਸ ਚੀਜ਼ ਨਾਲ ਉਹਨਾਂ ਨੂੰ ਕਿੰਨਾ ਕੁ ਹੌਸਲਾ ਮਿਲਦਾ ਕਿੰਨਾ ਕੁ ਨਹੀਂ ਮੈਨੂੰ ਨਹੀਂ ਪਤਾ, ਕਿਉਂਕਿ ਉਹਨਾਂ ਦਾ ਭਰੋਸਾ ਇੰਡੀਅਨ ਗੌਰਮੈਂਟ ਤੋਂ ਹੀ ਇੰਨਾ ਉੱਠਿਆ ਪਿਆ ਆ ਕਿ ਉਹ ਇਸ ਵੇਲੇ ਸ਼ੈਟਰਡ ਆ ਸਾਰੇ। ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਜਵਾਕ ਹਾਲ ਤੱਕ ਫਸੇ ਹੋਏ? ਉਹਨਾਂ ਕੈਮਰੇ ਵੱਲ ਦੇਖ ਕੇ ਕਹੋ ਉਹਨਾਂ। ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ, ਤੁਹਾਡੇ ਬੱਚੇ ਸੇਫਲੀ ਆਪਾਂ ਇੱਥੇ ਲੈ ਆਵਾਂਗੇ। ਉਹ ਬਹੁਤ ਬਰੇਵ ਆ, ਉਹ ਕਾਫੀ ਸਾਲਾਂ ਤੋਂ ਜੇ ਘਰੋਂ ਬਾਹਰ ਇੰਨੀ ਦੂਰ ਰਹਿ ਰਹੇ ਆ ਤੇ ਉਹਨਾਂ ਨੇ ਕਾਫੀ ਕੁਝ ਸਿੱਖਿਆ ਆ। ਉੱਤੋਂ ਅਰਦਾਸ ਕਰੋ, ਪ੍ਰੇਅਰਸ ਕਰੋ ਆਪਣੀਆਂ ਗੁਰੂ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ, ਉਹਨਾਂ ਲਈ ਤਾਕਤ ਮੰਗੋ, ਉਹਨਾਂ ਦੀ ਸੇਫਟੀ ਲਈ। ਤੁਸੀਂ ਸਾਰੇ ਜਾਣੇ ਰਲ ਮਿਲ ਕੇ ਆਪਾਂ ਕਰ ਰਹੇ ਹਾਂ, ਆਪਾਂ ਕੋਸ਼ਿਸ਼ ਕਰ ਰਹੇ ਹਾਂ, ਸਭ ਠੀਕ ਹੋਊਗਾ। ਮੈਂ ਇਹੀ ਤੁਹਾਨੂੰ ਹੌਸਲਾ ਦਿਵਾਉਂਦਾ ਹਾਂ। ਤਾਂ ਇਹ ਸੀਗੇ ਸਾਡੇ ਨਾਲ ਡਾਕਟਰ ਸੁਖਪਨ
ਇਹਨਾਂ ਨੇ ਤਿਆਰੀ ਕਰ ਲਈ ਹੈ ਯੂਕਰੇਨ ਜਾਣ ਦੀ। ਬਸ ਇੱਕ ਅੱਧਾ ਦਿਨ ਜਾਂਦਾ ਹੈ, ਆਪਦਾ ਵੀਜ਼ਾ ਸੌਰਟ ਆਊਟ ਕਰਕੇ ਉੱਥੇ ਜਿਹੜੀਆਂ ਫੈਮਲੀਆਂ ਦੇ ਬੱਚੇ ਉੱਥੇ ਫਸੇ ਹੋਏ ਆ ਉਹਨਾਂ ਨੂੰ ਬਾਹਰ ਕੱਢ ਕੇ ਲਿਆਉਣਗੇ ਤੇ ਉਹਨਾਂ ਦੀ ਮਦਦ ਕਰਨਗੇ। ਕੈਮਰਾਮੈਨ ਮਨਪ੍ਰੀਤ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ।